ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ ਨਾਜ਼ਰੀਨ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਸਾਹਿਬ ਮੌਜੂਦ ਨੇ। ਪ੍ਰੋਫੈਸਰ ਸਾਹਿਬ ਲਾਹੌਰ ਦਿਆਲ ਸਿੰਘ ਕਾਲਜ ਵਿੱਚ ਪੜ੍ਹਾਉਂਦੇ ਨੇ ਔਰ ਉੱਥੋਂ ਪੰਜਾਬੀ ਸ਼ੋਬੇ ਦੇ ਹੈੱਡ ਵੀ ਨੇ। ਬਹੁਤ ਸੋਹਣਾ ਲਿਖਦੇ ਨੇ। ਪ੍ਰੋਫੈਸਰ ਸਾਹਿਬ ਦੀਆਂ ਹੁਣ ਤੱਕ 7 ਕਿਤਾਬਾਂ ਛਪ ਚੁੱਕੀਆਂ ਨੇ। ਨਵੀਂ ਕਿਤਾਬ ਜੋ ਇਹ ਸਾਹਮਣੇ ਆਈ ਹੈ ਤੁਫੈਲ ਖਲਸ਼ ਫਨ ਤੇ ਸ਼ਖਸੀਅਤ ਦੇ ਹਵਾਲੇ ਨਾਲ ਮੁਰਤਬ ਕੀਤੇ ਨੇ ਕੁਝ ਮਜ਼ਮੂਨ ਉਹਨਾਂ ਦੇ। ਔਰ ਡਾਕਟਰ ਸਾਹਿਬ ਬਾਰੇ ਖਾਸ ਗੱਲ ਕਿ ਇਹਨਾਂ ਦੇ ਵਾਲਿਦ ਵੀ ਜਿਹੜੇ ਸਨ ਇਕਬਾਲ ਜ਼ਖਮੀ ਸਾਹਿਬ, ਉਹ ਬਹੁਤ ਅੱਛੇ ਸ਼ਾਇਰ ਸਨ ਨਾਤ ਦੇ ਔਰ ਨਾਤਾਂ ਬਹੁਤ ਸੋਹਣੀਆਂ ਲਿਖਦੇ ਸਨ। ਔਰ ਇਸ ਤੋਂ ਇਲਾਵਾ ਡਾਕਟਰ ਸਾਹਿਬ ਇੱਕ ਰਸਾਲਾ ਵੀ ਕੱਢ ਰਹੇ ਨੇ ਮਾਨਾਮਾ ਲਿਖਾਰੀ ਦੇ ਨਾਮ ਤੋਂ ਔਰ ਪੰਜਾਬੀ ਦੇ ਹਵਾਲੇ ਨਾਲ ਬਹੁਤ ਸੋਹਣਾ ਕੰਮ ਕਰ ਰਹੇ ਨੇ। ਔਰ ਨਾਜ਼ਰੀਨ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਆਪਣੇ ਵਾਲਿਦ ਦੇ ਜਿਹੜਾ ਨੇਕ ਕੰਮ ਹੈ ਉਹਨੂੰ ਅਗਾਂਹ ਲੈ ਕੇ ਚੱਲਣਾ, ਉਹਨੂੰ ਟੁਰਨਾ। ਔਰ ਡਾਕਟਰ ਸਾਹਿਬ ਇਹ ਕੰਮ ਮਾਸ਼ਾਅੱਲਾ ਬੜੇ ਸੋਹਣੇ ਤਰੀਕੇ ਨਾਲ ਨਿਭਾ ਰਹੇ ਨੇ। ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ। ਅਸਲਾਮ ਵਾਲੇਕੁਮ ਡਾਕਟਰ ਸਾਹਿਬ। ਵਾਲੇਕੁਮ ਸਲਾਮ ਸਰ, ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ। ਤੁਹਾਡੀ ਮਿਹਰਬਾਨੀ ਜਨਾਬ। ਅੱਛਾ ਸਰ, ਸਭ ਤੋਂ ਪਹਿਲੇ ਤੁਹਾਡੇ ਨਾਮ ਦੇ ਹਵਾਲੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਨੀ ਕਿ ਅਰਸ਼ਦ ਇਕਬਾਲ ਅਰਸ਼ਦ ਔਰ ਇਕਬਾਲ ਦੇ ਦਰਮਿਆਨ ਦੋ ਅਰਸ਼ਦ ਨਾਮ ਕਿਹਨੇ ਰੱਖਿਆ ਸੀ? ਅਸਲ 'ਚ ਨਾ ਮੇਰਾ ਨਾਮ ਅਰਸ਼ਦ ਇਕਬਾਲ ਹੀ ਹੈ ਤੇ ਮੇਰੇ ਵਾਲਿਦ ਸਾਹਿਬ ਦਾ ਤਖੱਲਸ ਸੀ ਜ਼ਖਮੀ, ਇਕਬਾਲ ਜ਼ਖਮੀ। ਇਕਬਾਲ ਉਹਨਾਂ ਦੇ ਇੱਕ ਸ਼ਾਗਿਰਦ ਨੇ ਬੜੇ ਅੱਛੇ ਗਜ਼ਲਗੋ ਸ਼ਾਇਰ ਅਨਵਰ ਉਦਾਸ, ਤੇ ਉਹ ਇੱਕ ਮੁਸ਼ਾਇਰੇ 'ਚ ਜਦੋਂ ਮੈਂ ਪਹਿਲੀ ਵਾਰੀ ਗਜ਼ਲ ਕਹੀ 1983 'ਚ, ਤੇ ਕੋਈ ਦੋਸਤਾਂ ਨੇ ਕਿਹਾ ਇਹਦਾ ਵੀ ਤਖੱਲਸ ਰੱਖੋ ਜੀ ਕੋਈ ਜ਼ਖਮੀ ਵਰਗਾ। ਮੈਂ ਕਿਹਾ ਨਹੀਂ, ਮੈਂ ਜ਼ਖਮੀ ਨਹੀਂ ਹੈਗਾ, ਮੈਂ ਅਰਸ਼ਦ ਹੀ ਠੀਕ ਹਾਂ। ਮੇਰਾ ਇਹ ਕਹਿਣਾ ਸੀ ਤੇ ਉਹ ਦੋਸਤਾਂ ਨੇ ਕਿਹਾ ਠੀਕ ਹੈ ਫਿਰ ਤੁਸੀਂ ਅਰਸ਼ਦ ਇਕਬਾਲ ਅਰਸ਼ਦ ਹੋ। ਰਊਫ ਸ਼ੇਖ ਸਾਹਿਬ ਨੇ ਕਿਹਾ ਸੀ ਤੇ ਮੈਂ ਫਿਰ ਉਸ ਤੋਂ ਬਾਅਦ ਅਰਸ਼ਦ ਇਕਬਾਲ ਅਰਸ਼ਦ ਹੀ ਹੋ ਗਿਆ। ਅੱਛਾ, ਬਹੁਤ ਖੂਬਸੂਰਤ। ਡਾਕਟਰ ਸਾਹਿਬ ਕਿ ਤੁਹਾਡੇ ਵਾਲਿਦ ਸਾਹਿਬ ਵੀ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ਅੱਛੇ ਸ਼ਾਇਰ ਸਨ, ਤੇ ਤੁਸੀਂ ਉਹਨਾਂ ਦੇ ਮਿਸ਼ਨ ਨੂੰ ਕਿਸ ਤਰ੍ਹਾਂ ਕੀ ਸੋਚਿਆ ਕਿ ਵਾਲਿਦ ਸਾਹਿਬ ਦੇ ਮਿਸ਼ਨ ਨੂੰ? ਕਿਉਂਕਿ ਬਹੁਤ ਸਾਰਾ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਕਹਿੰਦੇ ਨੇ ਕਿ ਠੀਕ ਹੈ ਅੱਬਾ ਜੀ ਨੇ ਜੋ ਕੀਤਾ, ਨਾਲੇ ਅਦਬ ਨਾਲ ਸਾਨੂੰ ਕੀ ਲੱਭਣਾ, ਇਹਨਾਂ ਦੇ ਬਾਬਾ ਜੀ ਦੇ ਕਾਗਜ਼ ਨੇ ਸੁੱਟੋ ਬਾਹਰ, ਚਲਾ ਗਿਆ ਜਾਂ ਚਲਾ ਗਿਆ। ਲੇਕਿਨ ਤੁਸੀਂ ਇਸ ਚੀਜ਼ ਨੂੰ ਜਿਹੜਾ ਉਹ ਅੱਗੇ ਲੈ ਕੇ ਚੱਲੇ। ਕਿਉਂਕਿ ਮੈਂ ਦੇਖਿਆ ਨਾ ਬਹੁਤ ਸਾਰੇ ਜਦੋਂ ਰਿਸਰਚ ਦੇ ਦੌਰਾਨ ਜਦੋਂ ਜਾਈਦਾ ਲੋਕਾਂ ਦੇ ਘਰਾਂ ਦੇ ਵਿੱਚ, ਤੇ ਉਹ ਅੱਛਾ ਜੀ ਉਹ ਫਲਾਣਾ ਸ਼ਾਇਰ ਸੀ ਜਾਂ ਫਲਾਣਾ ਲਿਖਾਰੀ ਸੀ, ਉਹਦੇ ਕੁਝ ਡਾਕੂਮੈਂਟਸ ਚਾਹੀਦੇ ਨੇ ਜਾਂ ਸਾਨੂੰ, ਉਹ ਕਹਿੰਦੇ ਅਸੀਂ ਤਾਂ ਸੁੱਟ ਦਿੱਤੇ ਨੇ, ਬਾਹਰ ਸੁੱਟ ਦਿੱਤੇ ਨੇ ਤੇ ਸਾਡੇ ਕੋਲ ਤੇ ਉਹ ਮੌਜੂਦ ਵੀ ਨਹੀਂ। ਲੇਕਿਨ ਤੁਸੀਂ ਆਪਣੇ ਵਾਲਿਦ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਚੱਲੇ ਔਰ ਕਿਸ ਤਰ੍ਹਾਂ ਇਸ ਚੀਜ਼ ਨੂੰ ਨਿਭਾ ਰਹੇ? ਅਸਲ 'ਚ ਜਦੋਂ ਅੱਬਾ ਹੋਏ ਨਾ ਤੇ ਫਿਰ ਹੋਰ ਕੈਫੀਅਤ ਹੁੰਦੀ ਹੈ। ਮੇਰੇ ਵਾਲਿਦ ਸਾਹਿਬ ਸਾਡੇ ਅੱਬਾ ਜੀ ਘੱਟ ਸਨ ਤੇ ਦੋਸਤ ਬਹੁਤੇ ਸਨ, ਤੇ ਉਹਨਾਂ ਦੀ ਉਹ ਦੋਸਤੀ ਸੀ ਕਿ ਸ਼ਾਇਰਾਂ ਕੋਲ ਜਾਣਾ ਹੈ, ਅਦੀਬਾਂ ਨੇ ਆਉਣਾ ਹੈ, ਘਰ ਮੁਸ਼ਾਇਰਾ ਹੋ ਰਿਹਾ ਹੈ ਤੇ ਠੀਕ ਹੈ ਵੀ ਤੁਸੀਂ ਇਹ ਕੰਮ ਕਰਨਾ ਹੈ, ਉਹਨਾਂ ਨੂੰ ਚਾਹ ਪਿਲਾਣੀ ਹੈ। ਮੈਂ ਤੀਸਰੀ ਚੌਥੀ 'ਚ ਸਾਂ ਜਦੋਂ ਸ਼ਾਇਰਾਂ ਅਦੀਬਾਂ ਨੂੰ ਪਾਣੀ ਪਿਆਣਾ, ਮੁਸ਼ਾਇਰੇ ਦੀ ਮੇਜ਼ਬਾਨੀ ਕਰਨਾ, ਇਹ ਮੇਰੇ ਫਰਾਇਜ਼ 'ਚ ਸਮਝੋ ਸ਼ਾਮਲ ਸੀ। ਫਿਰ ਜਿਹੜੇ ਦੋਸਤ ਆਏ ਨੇ ਉਹਨਾਂ ਨੂੰ ਵੈਲਕਮ ਕਹਿਣਾ ਹੈ, ਉਹਨਾਂ ਦੇ ਨਾਲ ਬੈਠਣਾ ਹੈ, ਤੇ ਅੱਬਾ ਜੀ ਨੇ ਕਿਧਰੇ ਵੀ ਜਾਣਾ ਹੈ ਮੈਂ ਉਹਨਾਂ ਦੇ ਨਾਲ ਜਾਣਾ, ਛੋਟੇ ਭਾਈਆਂ ਦੇ ਨਾਲ ਜਾਣਾ। ਤੇ ਉਹ ਸਾਡੇ ਨਾਲ ਹਮੇਸ਼ਾ ਦੋਸਤਾਂ ਵਾਂਗੂ ਟਰੀਟ ਕਰਦੇ ਸਨ, ਤੇ ਉਹਨਾਂ ਦੀ ਹਰ ਜਿਹੜੀ ਹੈ ਉਹ ਅੱਛੇ ਬੁਰੇ ਦਾ ਸਾਨੂੰ ਪਤਾ ਹੁੰਦਾ ਸੀ, ਉਹਨਾਂ ਦੇ ਯਾਰਾਂ ਬੇਲੀਆਂ ਦਾ ਪਤਾ ਹੁੰਦਾ ਸੀ। ਤੇ ਉਹ ਜਦੋਂ ਤੁਹਾਡੀ ਦੋਸਤੀ ਹੋ ਜਾਂਦੀ ਹੈ ਫਿਰ ਰਿਸ਼ਤਾ ਕੁਛ ਹੋਰ ਹੋ ਜਾਂਦਾ ਹੈ। ਤੇ ਉਹ ਸ਼ੇਰ ਕਹਿੰਦੇ ਸਨ ਤੇ ਮੁਸ਼ਾਇਰਿਆਂ 'ਚ ਸ਼ਾਇਰਾਂ ਦੀ ਖਿਦਮਤ ਕਰਦਿਆਂ ਆਪ ਵੀ ਸ਼ੇਰ ਕਹਿਣੇ ਸ਼ੁਰੂ ਕਰ ਦਿੱਤੇ। ਤੇ ਬਾਅਦ ਵਿੱਚ ਫਿਰ ਮੈਂ ਡਾਕਟਰ ਆਫਤਾਬ ਨਕਵੀ ਹੋਰਾਂ ਦੀ ਸ਼ਾਗਿਰਦੀ 'ਚ ਉਹਨਾਂ ਕੋਲ FA 'ਚ ਉਹਨਾਂ ਕੋਲ ਪੜ੍ਹਦਾ ਹੁੰਦਾ ਸਾਂ, ਤੇ ਉਹਨਾਂ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਤੇ ਉਹਦੇ ਨਾਲ ਇਹ ਵੇ ਕਿ ਬਹੁਤ ਸਾਰੀਆਂ ਤਨਕੀਦੀ ਤਹਿਕੀਕੀ ਕਿਤਾਬਾਂ ਉਹਨਾਂ ਕੋਲ ਵੇਖਣੀਆਂ ਔਰ ਉਹਨਾਂ ਨੇ ਕਹਿਣਾ ਲੈ ਜਾ ਜਿਹੜੀ ਪੜ੍ਹਨੀ ਹੋ। ਤੇ ਉਹ ਫਿਰ ਤਨਕੀਦ ਤਹਿਕੀਕ ਦਾ ਮਜ਼ਾਜ ਵੀ ਬਣ ਗਿਆ ਔਰ ਫਿਰ ਸਿਲਸਿਲਾ ਚੱਲਦਾ ਰਿਹਾ। ਬਲਕਿ ਸ਼ਾਇਰੀ ਵਾਲਾ ਸਿਲਸਿਲਾ ਘੱਟ ਹੋ ਗਿਆ ਔਰ ਤਨਕੀਦ ਤਹਿਕੀਕ, ਉਹਦੀ ਵਜ੍ਹਾ ਵੀ ਇੱਕ ਸਾਡੇ ਸ਼ਾਇਰ ਦੋਸਤ ਹੀ ਨੇ, ਨਾਮ ਮੈਂ ਨਹੀਂ ਲਵਾਂਗਾ, ਡਾਕਟਰ ਆਫਤਾਬ ਨਕਵੀ ਹੋਰਾਂ ਦਾ ਪ੍ਰਾਈਵੇਟ ਸਕੂਲ ਔਰ ਕਾਲਜ ਸੀ ਸਾਦਾਤ ਕਾਲਜ, ਉਹਦੇ 'ਚ ਮੁਸ਼ਾਇਰਾ ਹੋ ਰਿਹਾ ਸੀ। ਤੇ ਮੈਂ ਕੋਈ ਸ਼ੇਰ ਕਹਿ ਤੇ ਕੋਈ ਸ਼ੇਰ ਰੱਬੋਂ ਚੰਗਾ ਹੋ ਗਿਆ, ਤੇ ਸਾਡੇ ਸ਼ਾਇਰ ਦੋਸਤ ਨੇ ਕਿਹਾ ਜ਼ਖਮੀ ਸਾਹਿਬ ਬੜੀ ਚੰਗੀ ਗਜ਼ਲ ਲਿਖ ਕੇ ਦਿੱਤੀ ਜੇ। ਤੇ ਉਹਦੇ ਬਾਅਦ ਨਾ ਮੈਂ ਜ਼ਹਿਨੀ ਤੌਰ ਤੇ ਕਿਹਾ ਕਿ ਮੈਂ ਜਿੰਨਾ ਮਰਜ਼ੀ ਚੰਗਾ ਸ਼ਾਇਰ ਹੋ ਜਾ, ਲੇਕਿਨ ਉਹਨਾਂ ਨੇ ਕਹਿਣਾ ਪੱਖ ਰਹਿਣਾ ਹੈ ਕਿ ਅੱਬਾ ਜੀ ਨੇ ਲਿਖ ਕੇ ਦਿੱਤੀ ਹੈ। ਲਿਹਾਜ਼ਾ ਮੈਂ ਉਹ ਫਿਰ ਨਾ ਆਪਣਾ ਨਵਾਂ ਰਾਹ ਲੱਭਿਆ ਔਰ ਤਨਕੀਦ ਤਹਿਕੀਕ ਔਰ ਵਾਲੇ ਪਾਸੇ ਟੁਰਨ ਲੱਗ ਪਿਆ। ਔਰ ਫਿਰ ਕਿਉਂਕਿ ਜ਼ਖਮੀ ਸਾਹਿਬ ਮਜ਼ਮੂਨ ਲਿਖਦੇ ਹੀ ਨਹੀਂ ਸਨ, ਤੇ ਮੈਂ ਜਦੋਂ ਮੇਰੇ ਮਜ਼ਮੂਨ ਲਿਖਾਰੀ 'ਚ ਛਪਣਾ ਸ਼ੁਰੂ ਹੋਏ
ਤੇ ਉਹਦੇ ਬਾਅਦ ਫਿਰ ਬਹੁਤ ਸਾਰੇ ਦੋਸਤਾਂ ਨੇ ਫਰਮੈਸ਼ੀ ਮਜ਼ਮੂਨ ਲਿਖਵਾਉਣੇ, ਯਾਰ ਸਾਡੀ ਕਿਤਾਬ ਆਈ ਹੈ ਮਜ਼ਮੂਨ ਲਿਖ। ਉਸ ਦੋਸਤ ਨੇ ਨਹੀਂ ਕਿਹਾ ਕਿ ਮੇਰੇ ਲਈ ਵੀ ਮਜ਼ਮੂਨ ਲਿਖੋ? ਉਸ ਦੋਸਤ ਦੀਆਂ ਮੈਂ 2-3 ਕਿਤਾਬਾਂ ਤੇ ਬਾਅਦ 'ਚ ਮਜ਼ਮੂਨ ਲਿਖੇ ਨੇ, ਉਹਦੀ ਫਰਮੈਸ਼ ਤੇ ਲਿਖੇ ਨੇ। ਬਲਕਿ ਉਹਦੀ ਜਦੋਂ ਵੀ ਕਿਤਾਬ ਛਪਦੀ ਹੈ ਸਭ ਤੋਂ ਪਹਿਲੇ ਮੈਨੂੰ ਇਸ ਦਰਖਾਸਤ ਨਾਲ ਦਿੰਦਾ, ਯਾਰ ਤੇ ਕੁਝ ਲਿਖਣਾ ਵੀ। ਜ਼ਬਰਦਸਤ। ਅੱਛਾ ਡਾਕਟਰ ਸਾਹਿਬ, ਸਾਨੂੰ ਆਪਣੇ ਇੰਤਖਾਬ 'ਚੋਂ ਕਿਹੜੀ ਚੀਜ਼ ਸੁਣਾ ਰਹੇ ਹੋ? ਜੀ ਵਾਲਦ ਸਾਹਿਬ ਨੇ ਕਿਉਂਕਿ ਨਾਤ ਦੇ ਹਵਾਲੇ ਨਾਲ ਸੀ ਤੇ ਮੈਂ ਵੀ ਬਾਜ ਸੇ ਬਰਕਤ ਨਾਤ ਕਹਿਣਾ ਵਾ। ਪਹਿਲਾਂ ਨਾਤ ਦੇ ਕੁਛ ਸ਼ੇਰ। ਜੀ। ਕਾਸ਼ ਕਦੀ ਮੈਂ ਪਾਕ ਨਬੀ ਦਾ ਦੌਰ ਮੁਬਾਰਕ ਪਾਂਦਾ, ਸੁਭਾਨ ਅੱਲਾਹ। ਸੂਰਜ ਮੁਖੜਾ ਤੱਕਦਾ ਨਾਲੇ ਕਦਮੀ ਵਿੱਚ ਜਾਂਦਾ। ਵਾਹ। ਤੇ ਕਾਸ਼ ਅਬੂ ਜਾਹਲ ਦੇ ਹੱਥ ਦਾ ਮੈਂ ਹੀ ਕੰਕਰ ਹੁੰਦਾ, ਇਜ਼ਨ ਮੁਬਾਰਕ ਹੁੰਦਿਆਂ ਹੀ ਮੈਂ ਕਲਮਾ ਆਖ ਸੁਣਾਉਂਦਾ। ਵਾਹ। ਤੇ ਕਾਸ਼ ਕਦੀ ਮੈਂ ਰੁੱਖ ਹੀ ਹੁੰਦਾ ਰਾਤ ਹੈ ਬਾਜੋ ਉਗਿਆ। ਵਾਹ 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 ਡਾਕਟਰ ਸਾਹਿਬ। ਕਾਸ਼ ਕਦੀ ਮੈਂ ਰੁੱਖ ਹੀ ਹੁੰਦਾ ਰਾਤ ਹੈ ਬਾਜੋ ਉਗਿਆ। ਸੁਭਾਨ। ਆਕਾ ਮੇਰੇ ਕੋਲੋਂ ਲੰਘਦੇ ਰਜ ਰਜ ਦਰਸ਼ਨ ਪਾਂਦਾ। ਸੁਭਾਨ। ਤੇ ਇਸ ਦਰਜੇ ਨੂੰ ਪਹੁੰਚ ਨਹੀਂ ਸਕਦਾ ਕੋਈ ਵੀ ਜਗ ਦਾ ਬੰਦਾ, ਵਾਰਾ ਫਾਨਾ ਲਾਕਾ ਜ਼ਿਕਰ ਰੱਬ ਸੱਚਾ ਫਰਮਾਉਂਦਾ। ਸੁਭਾਨ ਅੱਲਾਹ। ਤੇ ਅਬੂ ਹਰੈਰਾ ਵਾਂਗੂ ਆਕਾ ਰੱਖ ਦੇ ਨਾ ਕੋਈ ਮੇਰਾ। ਸੁਭਾਨ। ਅਬੂ ਹਰੈਰਾ ਵਾਂਗੂ ਆਕਾ ਰੱਖ ਦੇ ਨਾ ਕੋਈ ਮੇਰਾ, ਉਹ ਸਭ ਨੂੰ ਚੇਤੇ ਰਹਿੰਦਾ ਅਰਸ਼ਦ ਭੁੱਲ ਭੁੱਲ ਜਾਂਦਾ। ਸੁਭਾਨ ਅੱਲਾਹ। ਸੁਭਾਨ ਅੱਲਾਹ। ਤੇ ਨਾਤ ਮਤਲਬ ਵਾਲਾ ਸਭ ਕੋਲੋਂ ਖਾਸ ਉਹਨਾਂ ਦੀ ਮਜ਼ਾਜ ਵੀ ਸੀ। ਫਿਰ ਗਜ਼ਲ ਵੀ ਉਹਨਾਂ ਨੇ ਬਹੁਤ ਕਈਆਂ ਗਜ਼ਲਾਂ ਦੀ ਕਿਤਾਬ ਵੀ ਸੀ, ਮੇਰੀ ਵੀ ਗਜ਼ਲਾਂ ਛਪੀਆਂ, ਲੇਕਿਨ ਬਹਰਹਾਲ ਮੈਂ ਹੁਣ ਨਾਤ ਹੀ ਕਹਿੰਦਾ ਜ਼ਿਆਦਾ। ਅੱਛਾ ਡਾਕਟਰ ਸਾਹਿਬ, ਤੁਹਾਡਾ ਜਿਹੜਾ PhD ਦਾ ਥੀਸਿਸ ਹੈ, ਡਾਕਟਰੇਟ ਜਿਹੜੀ, ਉਹ ਪੰਜਾਬੀ ਸਫ਼ਰਨਾਮੇ ਉੱਤੇ ਆ ਜੀ। ਔਰ ਤੁਸੀਂ ਉਹਦੇ ਵਿੱਚ ਕਿੰਨੇ ਸਫ਼ਰਨਾਮੇ ਇਕੱਠੇ ਕੀਤੇ? ਕਿਉਂਕਿ ਕਿਹਾ ਜਾਂਦਾ ਕਿ ਪੰਜਾਬੀ ਦੇ ਵਿੱਚ ਜਿਹੜੇ ਉਹ ਬਹੁਤ ਘੱਟ ਸਫ਼ਰਨਾਮੇ ਲਿਖੇ ਜਾਂਦੇ ਨੇ, ਨਸਰ ਜਿਹੜੀ ਉਹ ਬਹੁਤ ਘੱਟ ਮੌਜੂਦ ਹੈ। ਤੁਹਾਡੇ ਉਹ ਜਿਹੜਾ PhD ਦਾ ਥੀਸਿਸ ਹੈ ਉਹਦੇ ਕਿੰਨੇ ਸਫ਼ਰਨਾਮੇ ਸ਼ਾਮਲ ਨੇ ਤੁਹਾਡੀ ਰਿਸਰਚ ਜਿਹੜੀ? ਸਾਡੇ ਇੱਕ ਬੜੇ ਅੱਛੇ ਸ਼ਾਇਰ ਔਰ ਕਹਾਣੀਕਾਰ ਨੇ ਹੁਸੈਨ ਸ਼ਾਦ। ਉਹਨਾਂ ਉਸ ਪ੍ਰੋਫੈਸਰ ਆਸ਼ਿਕ ਰਹੀਲ ਦੀ ਕਿਤਾਬ ਸਫ਼ਰਨਾਮੇ ਦਾ ਫਲੈਪ ਲਿਖਿਆ ਤੇ ਉਹਦੇ 'ਚ ਲਿਖਿਆ ਸੀ ਕਿ ਪੰਜਾਬੀ 'ਚ 4-5 ਸਫ਼ਰਨਾਮੇ ਨੇ ਤੇ ਇਹ ਬੜਾ ਵੱਡਾ ਕੰਮ ਹੈ। ਲੇਕਿਨ ਜਦੋਂ ਮੈਂ ਇਸ ਮੌਜ਼ੂ ਨੂੰ ਸ਼ੁਰੂ ਕੀਤਾ ਤੇ ਜਿਵੇਂ ਜਿਵੇਂ ਮੈਂ ਕੰਮ ਕਰਦਾ ਗਿਆ ਬਹੁਤ ਪਰਤਾਂ ਨਿਕਲਦੀਆਂ ਆਈਆਂ ਔਰ ਮੈਂ 2007 ਤੱਕ ਮੇਰਾ PhD ਦਾ ਥੀਸਿਸ ਸੀ। 2007 ਤੱਕ 185 ਸਫ਼ਰਨਾਮੇ ਜਿਹੜੇ ਨੇ ਪੰਜਾਬੀ ਦੇ। ਜ਼ਬਰਦਸਤ। 185 ਜਿਹੜੇ ਡਿਸਕਸ ਕੀਤੇ ਮਕਾਲੇ 'ਚ, ਤੇ ਉਹਦੇ ਬਾਅਦ ਕੋਈ 30-35 ਸਫ਼ਰਨਾਮੇ ਮਜ਼ੀਦ ਛਪ ਚੁੱਕੇ ਨੇ। ਯਾਨੀ ਇਸ ਵੇਲੇ 250 ਦੇ ਕਰੀਬ ਗਿਣਤੀ ਹੈ ਜਿਹੜੇ ਪੰਜਾਬੀ 'ਚ ਸਫ਼ਰਨਾਮਾ ਆ ਚੁੱਕਿਆ ਹੈ। ਔਰ ਮਤਲਬ ਇਹਦੇ 'ਚ ਮੈਂ ਇੰਡੀਆ ਨੂੰ ਵੀ ਸ਼ਾਮਲ ਕੀਤਾ, ਲੇਕਿਨ ਉਹਨਾਂ ਦਾ ਸਾਰਾ ਸਫ਼ਰਨਾਮਾ ਸ਼ਾਮਲ ਨਹੀਂ ਕੀਤਾ। ਇੰਡੀਅਨ ਸਫ਼ਰਨਾਮਾ ਸਿਰਫ ਉਹ ਇਸ 85 'ਚ ਸ਼ਾਮਲ ਹੈ ਜਿਹੜੇ ਇੰਡੀਆ ਤੋਂ, ਅਮਰੀਕਾ ਤੋਂ, ਬਰਤਾਨੀਆ ਤੋਂ ਜਾਂ ਦੁਨੀਆ ਤੋਂ ਕਿਧਰੋਂ ਵੀ ਪਾਕਿਸਤਾਨ ਆਏ ਔਰ ਉਹਨਾਂ ਜਾ ਕੇ ਸਫ਼ਰਨਾਮਾ ਲਿਖਿਆ। ਬਾਕੀ ਸਾਰੇ ਦਾ ਸਾਰਾ ਜਿਹੜਾ ਸਫ਼ਰਨਾਮਾ ਹੈ ਉਹ ਪਾਕਿਸਤਾਨੀ ਹਵਾਲੇ ਨਾਲ ਹੈ। ਯਾਨੀ ਉਹ ਮਨਜ਼ੂਮ ਹੈ। ਸਾਡੇ ਜਦੋਂ 47 ਤੋਂ ਪਹਿਲਾਂ ਜਦੋਂ ਇੰਡੀਆ ਵਾਲੇ ਬਰਤਾਨੀਆ, ਯੂਰਪ, ਅਮਰੀਕਾ ਜਾ ਰਹੇ ਸਨ ਔਰ ਨਸਰੀ ਸਫ਼ਰਨਾਮੇ ਲਿਖ ਰਹੇ ਸਨ ਸਿੱਖ ਲਿਖਾਰੀ, ਉਦੋਂ ਸਾਡੇ ਮੁਸਲਮਾਨ ਸ਼ਾਇਰ ਜਿਹੜੇ ਨੇ ਉਹ ਹੱਜ ਉਮਰੇ ਲਈ ਜਾ ਰਹੇ ਸੀ ਔਰ ਉਹਦੇ ਮਨਜ਼ੂਮ ਸਫ਼ਰਨਾਮੇ ਲਿਖ ਰਹੇ ਸਨ। ਤੇ ਮੈਂ ਉਹਨਾਂ ਦੀ ਇੱਕ ਮਨਜ਼ੂਮ ਦੇ ਜਿਹੜੇ ਨੇ ਉਹ 42 ਦੇ ਕਰੀਬ ਤਲਾਸ਼ ਕੀਤੇ ਨੇ। ਔਰ ਫਿਰ ਜਿਹੜੇ 47 ਤੋਂ ਪਹਿਲੇ ਸਫ਼ਰਨਾਮਾ ਹੈ ਉਹ ਬਲਾ ਤਫਰੀਕ ਹੈ, ਕਿਸੇ ਮੁਸਲਮਾਨ ਦਾ ਜਾਂ ਗੈਰ ਮੁਸਲਮ ਦਾ, ਉਹ ਪੰਜਾਬੀ 'ਚ ਤੇ ਉਹਨੂੰ ਸ਼ਾਮਲ ਕੀਤਾ ਹੈ। ਬਲਕਿ ਉਹਦੇ 'ਚ ਇਹ ਵੀ ਕਿ ਇੰਡੀਆ 'ਚ 3 PhDਆਂ ਹੋ ਚੁੱਕੀਆਂ ਨੇ ਸਫ਼ਰਨਾਮੇ 'ਤੇ, ਲੇਕਿਨ ਉਹਨਾਂ ਨੂੰ ਬਾਅਦ ਸਫ਼ਰਨਾਮੇ ਨਹੀਂ ਲੱਭੇ ਜਿਹੜੇ ਮੈਂ ਲਾਹੌਰ ਬੈਠ ਕੇ ਤਲਾਸ਼ ਕੀਤੇ ਨੇ। ਉੱਥੋਂ ਵੀ ਮੰਗਵਾਏ ਨੇ, ਲੇਕਿਨ ਇੱਥੇ ਵੀ ਬੈਠ ਕੇ ਮੈਂ ਤਲਾਸ਼ ਕੀਤੇ ਨੇ। ਇੱਥੇ 47 ਤੋਂ ਪਹਿਲੇ ਜਿੰਨੀਆਂ ਸਾਡੀਆਂ ਰਿਚ ਲਾਇਬ੍ਰੇਰੀਆਂ ਸਨ ਉਹਨਾਂ ਸਾਰੀਆਂ 'ਚ, ਉਹ ਸ਼ਾਇਦ ਇੰਡੀਆ 'ਚ ਵੀ ਉਨੀਆਂ ਰਿਚ ਲਾਇਬ੍ਰੇਰੀਆਂ ਨਹੀਂ ਸਨ ਜਿੰਨੀਆਂ ਇੱਥੋਂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ, ਪੰਜਾਬ ਪਬਲਿਕ ਲਾਇਬ੍ਰੇਰੀ, ਦਿਆਲ ਸਿੰਘ ਟਰਸਟ ਦੀ ਲਾਇਬ੍ਰੇਰੀ, ਇਸਲਾਮੀਆ ਕਾਲਜ ਗੁਜਰਾਂਵਾਲਾ ਜਿਹਦਾ ਪਹਿਲਾ ਨਾਂ ਖਾਲਸਾ ਕਾਲਜ ਸੀ, ਉਹ ਬੜੀਆਂ ਰਿਚ ਲਾਇਬ੍ਰੇਰੀਆਂ। ਇਸੇ ਤਰ੍ਹਾਂ ਜ਼ਿਮੀਂਦਾਰ ਕਾਲਜ ਦੀ ਲਾਇਬ੍ਰੇਰੀ, ਇਹਨਾਂ ਸਾਰੀਆਂ ਲਾਇਬ੍ਰੇਰੀਆਂ 'ਚੋਂ ਮੈਂ ਉਹ ਪੁਰਾਣੀਆਂ ਕਿਤਾਬਾਂ ਕਲੈਕਟ ਕੀਤੀਆਂ ਔਰ ਉਹ ਵੀ ਸ਼ਾਮਲ ਕੀਤੀਆਂ। ਤੇ 1975 ਤੋਂ ਬਾਅਦ ਸਾਡੇ ਆ ਨਸਰੀ ਸਫ਼ਰਨਾਮੇ ਦੀ ਰਵਾਇਤ ਟੁਰੀ ਹੈ ਔਰ 1975 'ਚ ਅਜ਼ਾਜ਼ੁਲ ਹਕ ਦਾ ਪਹਿਲਾ ਸਫ਼ਰਨਾਮਾ ਸੀ। ਔਰ 1975 ਤੋਂ ਲੈ ਕੇ 2007 ਤੱਕ
ਇਹ ਜਿਹੜੇ ਨੇ ਇਹ 50 ਦੇ ਕਰੀਬ ਸਫ਼ਰਨਾਮੇ ਲਿਖੇ ਜਾ ਚੁੱਕੇ ਸਨ। ਯਾਨੀ ਬੜੀ ਤੇਜ਼ੀ ਨਾਲ ਇਸ ਫੀਲਡ 'ਚ ਕੰਮ ਹੋਇਆ ਔਰ ਬਹੁਤ ਅੱਛਾ ਕੰਮ ਹੋਇਆ। ਬਹੁਤ ਜ਼ਬਰਦਸਤ। ਅੱਛਾ ਡਾਕਟਰ ਸਾਹਿਬ, ਅਸੀਂ ਚਾਹੁੰਦੇ ਕਿ ਸਾਨੂੰ ਕੁਝ ਹੋਰ ਕਲਾਮ ਵੀ ਸੁਣਾਓ ਸਾਡੇ ਵੇਖਣ ਵਾਲਿਆਂ ਨੂੰ। ਜੀ ਗਜ਼ਲ ਦੇ ਕੁਝ ਸ਼ੇਰ ਨੇ। ਜੀ। ਹੋਵਨ ਨੂੰ ਤੇ ਕੀ ਨਹੀਂ ਹੁੰਦਾ, ਤੇਰੇ ਬਿਨ ਪਰ ਜੀ ਨਹੀਂ ਹੁੰਦਾ। ਵਾਹ 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 ਵਾਹ। ਹੋਵਨ ਨੂੰ ਤੇ ਕੀ ਨਹੀਂ ਹੁੰਦਾ, ਤੇਰੇ ਬਿਨ ਪਰ ਜੀ ਨਹੀਂ ਹੁੰਦਾ। ਦਰਦ ਹਯਾਤੀ ਜ਼ਹਿਰ ਗਮਾਂ ਦਾ, ਵਾਹ ਵਾਹ। ਕੱਲਿਆ ਮੈਥੋਂ ਪੀ ਨਹੀਂ ਹੁੰਦਾ। ਵਾਹ 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 ਵਾਹ। ਦਰਦ ਹਯਾਤੀ ਜ਼ਹਿਰ ਗਮਾਂ ਦਾ, ਕੱਲਿਆ ਮੈਥੋਂ ਪੀ ਨਹੀਂ ਹੁੰਦਾ। ਵਾਹ। ਤੇ ਜ਼ਾਲਮ ਓੜਕ ਥੱਕ ਜਾਂਦਾ ਏ, ਵਾਹ। ਸਾਬਰ ਮੂੰਹ ਸੀ ਨਹੀਂ ਹੁੰਦਾ। ਵਾਹ 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 ਵਾਹ। ਜ਼ਾਲਮ ਓੜਕ ਥੱਕ ਜਾਂਦਾ ਏ, ਸਾਬਰ ਮੂੰਹ ਸੀ ਨਹੀਂ ਹੁੰਦਾ। ਤੇ ਸੱਚ ਬੋਲਾਂ ਤਾਂ ਸੂਲੀ ਚਾੜਨ, ਹੋਂਠਾਂ ਨੂੰ ਪਰ ਸੀ ਨਹੀਂ ਹੁੰਦਾ। ਵਾਹ 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 ਵਾਹ। ਸੱਚ ਬੋਲਾਂ ਤਾਂ ਸੂਲੀ ਚਾੜਨ, ਹੋਂਠਾਂ ਨੂੰ ਪਰ ਸੀ ਨਹੀਂ ਹੁੰਦਾ। ਸਾਰੇ ਲੋਕ ਮਸ਼ੀਨਾਂ ਬਣ ਗਏ, ਵੇਲਾ ਅਰਸ਼ਦ ਵੀ ਨਹੀਂ ਹੁੰਦਾ। ਵਾਹ 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 ਵਾਹ। ਸਾਰੇ ਲੋਕ ਮਸ਼ੀਨਾਂ ਬਣ ਗਏ, ਵੇਲਾ ਅਰਸ਼ਦ ਵੀ ਨਹੀਂ ਹੁੰਦਾ। ਵਾਹ ਵਾਹ ਵਾਹ। ਅੱਛਾ ਡਾਕਟਰ ਸਾਹਿਬ, ਤੁਹਾਡਾ ਜਿਹੜਾ ਹੈ ਉਹ ਖਾਸ, ਤੁਸੀਂ ਚੁੱਕੇ ਦਿਆਲ ਸਿੰਘ ਕਾਲਜ ਦੇ ਵਿੱਚ ਹੈਡ ਵੀ ਹੋ ਪੰਜਾਬੀ ਸ਼ੋਬੇ ਦੇ, ਔਰ ਤੁਸੀਂ ਬਤੌਰ ਉਸਤਾਦ ਕੀ ਸਮਝਦੇ ਹੋ ਅੱਜ ਦਾ ਨੌਜਵਾਨ ਜਿਹੜਾ ਹੈ ਉਹਦਾ ਅਦਬ ਦੇ ਨਾਲ ਕਿੰਨਾ ਲਗਾਓ ਹੈ? ਚੂੰਕਿ ਤੁਸੀਂ ਪੜ੍ਹਾਉਂਦੇ ਵੀ ਹੋ, ਸਟੂਡੈਂਟਸ ਦੇ ਨਾਲ ਤੁਹਾਡਾ ਜਿਹੜਾ ਉਹ ਮੇਲ ਮੁਲਾਕਾਤ ਵੀ ਰਹਿੰਦੀ, ਤੁਸੀਂ ਕੀ ਸਮਝਦੇ ਹੋ ਅੱਜ ਦਾ ਨੌਜਵਾਨ ਕਿੱਥੇ ਖੜਾ ਹੈ ਔਰ ਅਦਬੀ ਹਵਾਲੇ ਦੇ ਨਾਲ ਜਿਹੜਾ ਉਹਦਾ ਕੱਦ ਕਾਠ ਹੈ? ਅਸਲ ਵਿੱਚ ਨਾ ਸੋਸ਼ਲ ਮੀਡੀਆ ਨੇ ਆ ਕੇ ਤੇ ਬੱਚਿਆਂ 'ਚ ਉਹ ਸ਼ਾਇਰੀ ਪੜ੍ਹਨ ਦਾ ਔਰ ਨਾਵਲ ਪੜ੍ਹਨ ਦਾ ਵਕਤ ਖੋਹ ਲਿਆ। ਉਹ ਜਿਹੜੀ ਆਪਣੀ ਤਸਵੀਰ ਵੇਖ ਕੇ ਆਪਣੀ ਸਾਰੇ ਦਿਨ ਦੀ ਕਾਰਗੁਜ਼ਾਰੀ ਜਿਹੜੀ ਉਹਨੂੰ ਫੇਸਬੁੱਕ ਤੇ ਔਰ ਸੋਸ਼ਲ ਮੀਡੀਆ ਤੇ ਸੁੱਟ ਕੇ ਉਹਦੇ ਨਾਲ ਉਹ ਦੂਸਰੇ ਯਾਰਾਂ ਦੋਸਤਾਂ ਨੂੰ ਦੇਖਣ ਦੀ, ਉਹਦੇ ਨਾਲ ਜਿਹੜੀ ਲਿਖਣ ਪੜ੍ਹਨ ਦੀ ਉਹ ਕੁਛ ਘਟੀ ਹੈ। ਲੇਕਿਨ ਅਜੇ ਵੀ ਜਿਹੜੇ ਉਸਤਾਦ ਮਿਹਨਤ ਕਰ ਰਹੇ ਨੇ ਔਰ ਤਾਲਬ ਇਲਮਾਂ ਨੂੰ ਇਸ ਪਾਸੇ ਲਾ ਰਹੇ ਨੇ, ਉਹਨਾਂ ਦੇ ਤਾਲਬ ਇਲਮ ਇਸ ਦੌਰ 'ਚ ਵੀ ਮਤਲਬ ਸ਼ੇਰ ਵੀ ਕਹਿ ਰਹੇ ਨੇ, ਕਹਾਣੀਆਂ ਵੀ ਲਿਖ ਰਹੇ ਨੇ, ਪੜ੍ਹ ਰਹੇ ਨੇ। ਥੋੜ੍ਹੀ ਜਿਹੀ ਜ਼ਰੂਰਤ ਹੈ ਕਿ ਅਸਾਤਜ਼ਾ ਜਿਹੜੇ ਨੇ ਉਹ ਤਾਲਬ ਇਲਮਾਂ ਦੀ ਹੌਸਲਾ ਅਫਜ਼ਾਈ ਕਰਨ ਔਰ ਉਹਨਾਂ ਨੂੰ ਇਸ ਪਾਸੇ ਲੈ ਕੇ ਆਉਣ, ਅੱਛੀਆਂ ਕਿਤਾਬਾਂ ਰਿਕਮੈਂਡ ਕਰਨ, ਆਦਤ ਪਾਉਣ। ਜਦੋਂ ਤਾਲਬ ਇਲਮਾਂ ਨੂੰ ਲਿਟਰੇਚਰ ਪੜ੍ਹਨ ਦੀ ਆਦਤ ਪੈ ਜਾਏਗੀ, ਮਸਲ ਮੈਂ ਅਗਰ ਆਪਣਾ ਕੋਈ 30-40 ਪਰਚੇ ਵੀ ਆਪਣੀ ਕਲਾਸ 'ਚ ਰਸਾਲੇ ਦੇ ਵੰਡਦੇ ਹਾਂ ਤੇ ਅਗਲੀ ਵਾਰੀ ਉਹਨਾਂ 'ਚੋਂ ਕੁਛ ਨਾ ਕੁਛ ਬੱਚੇ ਜ਼ਰੂਰ ਉਹਨੂੰ ਪੜ੍ਹਨਗੇ। ਫਿਰ ਉਹ ਵੇਖ ਕੇ ਅਗਲੇ ਪਰਚੇ ਦੀ ਡਿਮਾਂਡ ਵੀ ਕਰਨਗੇ। ਔਰ ਜਿਹੜੇ ਸਾਡੇ ਅਸਾਤਜ਼ਾ ਨੇ ਕੰਮ ਕੀਤਾ ਕਿ ਆਪਣੇ ਤਾਲਬ ਇਲਮਾਂ ਨੂੰ ਆਪਣਾ ਰਸਾਲਾ ਫ੍ਰੀ ਵੰਡਿਆ, ਹੋਰ ਵੀ ਬਾਹਰ ਵੀ ਤੇ ਤੁਸੀਂ ਦੋਸਤਾਂ ਨੂੰ ਦਿੰਦੇ ਹੋ ਨਾ, ਤੇ ਤਾਲਬ ਇਲਮਾਂ ਸਟੂਡੈਂਟਸ ਨੂੰ ਵੀ ਅਗਰ ਤੁਸੀਂ ਰਸਾਲਾ ਜਿਹੜਾ ਆਜ਼ਾਦੀ ਤੌਰ ਤੇ ਦੇ ਦਿੰਦੇ ਹੋ ਤੇ ਉਹਦੇ ਨਾਲ ਉਹ ਵੀ ਖੁਸ਼ ਹੁੰਦਾ ਹੈ। ਜਾਂ ਇਹ ਵੇ ਕਿ ਜਿਸ ਬੱਚੇ ਦੇ ਅੱਛੇ ਨੰਬਰ ਆਏ ਨੇ ਉਹਨੂੰ ਤੁਸੀਂ ਇਨਾਮ ਦੇ ਦਿੰਦੇ ਹੋ ਤੁਹਾਡੇ ਸਬਜੈਕਟ 'ਚੋਂ, ਕਿਸੇ ਨੇ ਅੱਛੀ ਕੋਈ ਨਜ਼ਮ ਸੁਣਾਈ ਹੈ ਉਹਨੂੰ ਇਨਾਮ ਦੇ ਦਿੰਦੇ ਹੋ, ਤੁਸੀਂ 10-15 ਪਰਚੇ ਵੀ ਦੇ ਦਿੰਦੇ ਹੋ ਤੇ ਉਹਦੇ 'ਚ ਤੁਹਾਡੇ ਕੋਲ ਬਹੁਤ ਅੱਛੇ ਸ਼ਾਗਿਰਦ ਜਿਹੜੇ ਨੇ ਉਹ ਅਜਿਹੇ ਨਿਕਲ ਆਉਂਦੇ ਨੇ ਜਿਹੜੇ ਅਦਬ ਨਾਲ ਜੁੜਦੇ ਨੇ ਔਰ ਬਾਅਦ 'ਚ ਅੱਛੇ ਨਾਮ ਬਣਦੇ ਨੇ। ਮੇਰੇ ਖੁਦ ਕਈ ਸ਼ਾਗਿਰਦ ਜਿਹੜੇ ਨੇ ਉਹਨਾਂ ਨੇ ਬਾਅਦ 'ਚ ਅੱਛਾ, ਮੈਂ ਗੁਜਰਾਂਵਾਲੇ ਸਾਂ ਤੇ ਉੱਥੇ ਸਰਫਰਾਜ਼ ਅਵਾਨ ਕਹਾਣੀ ਦਾ ਬਹੁਤ ਅੱਛਾ ਨਾਮ ਬਣਿਆ। ਔਰ ਇਸ ਤਰ੍ਹਾਂ ਇੱਕ ਆਬਦ ਅਲੀ ਆਬਦ ਮੁੰਡਾ ਸੀ, ਇੱਕ ਚੀਮਾ ਮੁੰਡਾ ਸੀ, ਉਹ ਸਾਰੇ ਸ਼ੇਰ ਵੀ ਕਹਿੰਦੇ ਸਨ, ਨਜ਼ਮ ਵੀ ਕਹਿੰਦੇ ਸਨ। ਔਰ ਬਲਕਿ ਇਹਨਾਂ ਬੱਚਿਆਂ ਨੇ ਉਸ ਮੇਰੇ ਦੌਰ 'ਚ ਇਹ ਕੀਤਾ ਕਿ ਉੱਥੇ ਸਦਰਾਂ ਦੇ ਨਾਂ 'ਤੇ ਇੱਕ ਪਰਚਾ ਕੱਢਿਆ ਜ਼ਬਰਦਸਤ। ਔਰ ਤਾਲਬ ਇਲਮਾਂ ਨੇ ਉਹਦੀ ਕਲੈਕਸ਼ਨ ਵੀ ਖੁਦ ਕੀਤੀ, ਕੰਪੋਜ਼ਿੰਗ ਵੀ ਖੁਦ ਕਰਵਾਈ ਔਰ ਪ੍ਰਿੰਸੀਪਲ ਦੇ ਇੰਟਰਵਿਊ ਵੀ ਕੀਤੇ ਔਰ ਬਗੈਰ ਕੋਈ ਫੰਡ ਲੈ ਕੇ ਉਹਦੇ ਲਈ ਸਿਰਫ ਉਹਨਾਂ ਨੂੰ ਇੱਕ ਸਾਬਕਾ ਤਾਲਬ ਇਲਮ ਜਿਹੜੇ ਡਾਕਟਰ ਸਾਹਿਬ ਸਨ ਉਹਨਾਂ ਕੋਲ ਗਏ ਤੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਛਾਪੋ, ਜਿੰਨਾ ਖਰਚਾ ਆਏਗਾ ਮੈਂ ਦਿਆਂਗਾ। ਤੇ ਸਿਰਫ ਇਹਨਾਂ ਨੇ ਫਿਰ ਉਹਦਾ ਇਸ਼ਤਿਹਾਰ ਲਾ ਦਿੱਤਾ ਪਰਚੇ ਦੇ ਐਂਡ ਤੇ ਉਹਨਾਂ ਦੇ ਪ੍ਰਾਈਵੇਟ ਕਲੀਨਿਕ ਦਾ। ਲੇਕਿਨ ਉਹ 3 ਪਰਚੇ ਬੱਚਿਆਂ ਨੇ ਬਹੁਤ ਖੂਬਸੂਰਤ ਸਦਰਾਂ ਦੇ ਨਾਂ 'ਤੇ ਛਾਪੇ। ਸਰਫਰਾਜ਼ ਅਵਾਨੀ ਉਹਦੇ ਐਡੀਟਰ ਹੁੰਦੇ ਸਰ, ਉਹਨਾਂ ਨੇ ਇੱਕ ਪੂਰੀ ਟੀਮ ਬਣਾਈ, ਮੈਂ ਸਿਰਫ ਉਹਨਾਂ ਦੀ ਗਾਈਡੈਂਸ ਹੀ ਕਰਦਾ ਸਾਂ। ਤੇ ਉਸਤਾਦ ਅਗਰ ਬੱਚਿਆਂ ਨੂੰ ਗਾਈਡ ਕਰਦਾ ਹੈ, ਉਹਨਾਂ ਨੂੰ ਸਿਖਾਉਂਦਾ ਹੈ, ਉਹਨਾਂ ਨੂੰ ਪੜ੍ਹਾਉਂਦਾ ਹੈ ਤੇ ਉਹਦੇ ਕੋਲ ਅੱਛੇ ਸਟੂਡੈਂਟ ਅੱਜ ਵੀ ਨਿਕਲ ਆ ਸਕਦੇ ਨੇ। ਲੇਕਿਨ ਬਹਰਹਾਲ ਅੱਜ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਬੱਚੇ ਜਦੋਂ ਤੁਹਾਡੇ ਕੋਲ ਜਾਂਦੇ ਨੇ ਤੁਸੀਂ ਕਿਤਾਬ ਦੇ ਕੇ ਉਹਨੂੰ ਟੋਰ ਦਿੰਦੇ ਹੋ ਕਿ ਅੱਲਾ ਨੂੰ ਘਰ ਜਾ ਕੇ ਪੜ੍ਹ, ਲੇਕਿਨ ਘਰ ਜਾ ਕੇ ਉਹਦੀ ਮੋਬਾਈਲ ਔਰ ਦੂਸਰੀ ਮਸਰੂਫੀਅਤ ਜਿਹੜੀਆਂ ਨੇ ਉਹ ਟਾਈਮ ਉਹਦੇ ਕੋਲ ਲੈ ਜਾਂਦੀਆਂ ਨੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਸਾਡੇ ਕੋਲ ਵੀ ਟਾਈਮ ਦਾ ਕੁਝ ਕਮੀ ਹੈ, ਇਸ ਹਵਾਲੇ ਨਾਲ ਮਿਹਰਬਾਨੀ ਤੁਸੀਂ ਤਸ਼ਰੀਫ ਲਿਆਏ ਜੀ। ਨਾਜ਼ਰੀਨ, ਤੁਸੀਂ ਡਾਕਟਰ ਸਾਹਿਬ ਦੀ ਬਹੁਤ ਸੋਹਣੀ ਗੱਲਬਾਤ ਕੀਤੀ ਕਿ ਅੱਜ ਦੇ ਜਿਹੜਾ ਸਟੂਡੈਂਟ ਦੇ ਹਵਾਲੇ ਨਾਲ ਵੀ, ਨੌਜਵਾਨ ਨਸਲ ਦੇ ਹਵਾਲੇ ਨਾਲ ਵੀ, ਚੂੰਕਿ ਉਹ ਪੜ੍ਹਾ ਰਹੇ ਨੇ, ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਸਟੂਡੈਂਟਸ ਨੂੰ ਜਿਹੜਾ ਕਿਤਾਬ ਦੇ ਨਾਲ ਉਹਦਾ ਰਿਸ਼ਤਾ ਜਿਹੜਾ ਉਹ ਜੋੜਨਾ ਚਾਹੀਦਾ ਔਰ
ਇਹਦੇ ਲਈ ਉਸਤਾਦ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਾਲਿਦੈਨ ਦੇ ਨਾਲ, ਕਿਉਂਕਿ ਉਹ ਜ਼ਿਆਦਾ ਟਾਈਮ ਕਾਲਜ ਦੇ ਵਿੱਚ ਜਿਹੜਾ ਦੋਸਤਾਂ ਦੇ ਨਾਲ ਔਰ ਉਸਤਾਦਾਂ ਦੇ ਨਾਲ ਹੀ ਗੁਜ਼ਾਰਦਾ ਹੈ, ਘਰ ਜਾ ਕੇ ਤੇ ਉਹਨੂੰ ਸ਼ਾਇਦ ਟਾਈਮ ਵੀ ਘੱਟ ਮਿਲਦਾ ਔਰ ਅਸੀਂ ਆਸ ਕਰਨੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਣਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲਿਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।